ਦੇ ਰੁਕ ਕਰਾਂਗੇ। ਸੁਖਬੀਰ ਸਿੰਘ ਬਾਦਲ ਬੋਲ ਰਹੇ ਨੇ। ਪੰਥ ਦੀ ਸਰਕਾਰ ਦੇ ਦੌਰਾਨ ਇੱਕ ਬੇਅਦਬੀ ਹੋਈ। ਅਸੀਂ ਗੁਰੂ ਘਰ ਤੋਂ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ, ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ, ਪਾਠ ਕਰ ਪਛਤਾਵਾ ਪਾਠ ਕਰਾਇਆ ਬਾਦਲ ਸਾਹਿਬ ਨੇ ਆਪ, ਕਿਉਂਕਿ ਬੇਅਦਬੀ ਸਾਡੇ ਰਾਜ 'ਚ ਹੋਈ ਸੀ। ਪਰ ਜਿਹੜੇ ਪੰਥ ਦੋਸ਼ੀਆਂ ਨੇ ਜਾਣ ਕੇ ਪੰਥ ਨੂੰ ਕਮਜ਼ੋਰ ਕਰਨ ਵਾਸਤੇ, ਪੰਥ ਦਾ ਨਾਂ ਕਿ ਪੰਥ ਨੇ ਕਰਾਈ ਹੈ, ਸ਼੍ਰੋਮਣੀ ਅਕਾਲੀ ਦਲ ਨੇ ਕਰਾਈ ਹੈ, ਉਹ ਲੋਕ ਧਰਨੇ ਤੇ ਬੈਠੇ। ਉਹਨਾਂ ਦਾ ਨੀਅਤ ਕੀ ਸੀ? ਸਿਆਸਤ ਸੀ। ਗੁਰੂ ਦੇ ਦੋਸ਼ੀਆਂ ਨੂੰ ਫੜਨਾ ਨਹੀਂ ਸੀ। ਉਹਨਾਂ ਦਾ ਨਿਸ਼ਾਨਾ ਸੀ ਕਿ ਸਿਆਸਤ ਕਰਕੇ ਪੰਥ ਦੀ ਜਥੇਬੰਦੀ ਨੂੰ ਕਮਜ਼ੋਰ ਕੀਤਾ ਜਾਏ। ਮੈਨੂੰ ਯਾਦ ਹੈ ਜਦੋਂ ਅਸੀਂ ਜਾਂਚ ਸ਼ੁਰੂ ਕੀਤੀ, ਉਦੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਤੁਸੀਂ ਜਾਣਦੇ ਹੋ, ਉਹਨਾਂ ਨੇ ਕਿਹਾ ਨਹੀਂ ਥੋਥੋਂ ਨਹੀਂ ਕਰਾਉਣੀ, CBI ਨੂੰ ਦਿਓ। ਸਾਡੇ ਹੱਥੋਂ ਅਸੀਂ ਕਿਹਾ ਅਸੀਂ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦੇ ਸੀ, ਚਲੋ ਚਲੋ CBI ਨੂੰ ਦੇ ਦਿੰਦੇ। ਜੇ ਅਸੀਂ ਉਦੋਂ ਲੱਗਦੇ ਤਾਂ ਅਸੀਂ ਸਿਰੇ ਲਾ ਦੇਣੀ ਸੀ, ਕਿਉਂਕਿ ਕਾਨੂੰਨ ਹੈ ਦੇਸ਼ ਦਾ ਕਿ ਦੋ ਵਾਰ ਇੱਕ ਚੀਜ਼ ਦੀ ਦੋ ਏਜੰਸੀਆਂ ਇਨਵੈਸਟੀਗੇਸ਼ਨ ਨਹੀਂ ਕਰਾ ਸਕਦੀਆਂ, ਦੇਸ਼ ਦਾ ਕਾਨੂੰਨ ਹੈ। ਪਰ ਉਹਨਾਂ ਦਾ ਨਿਸ਼ਾਨਾ ਕੋਈ ਦੋਸ਼ੀ ਫੜਨਾ ਨਹੀਂ ਸੀ। 4.5 ਸਾਲ ਹੋ ਗਏ, 5 ਸਾਲ ਹੋ ਗਏ ਹੁਣ ਕਾਂਗਰਸ ਦੇ ਰਾਜ ਤੇ। ਉਹ ਏਜੰਸੀਆਂ, ਉਹ ਜਿਹੜੇ ਜਥੇਬੰਦੀਆਂ ਜਿਹੜੇ ਉਦੋਂ ਪਹਿਰਾਵਾ ਆਪਣਾ ਤੇ ਪਰ ਕੰਮ ਦੋਸ਼ੀਆਂ ਦੇ ਕਰਦੇ ਆ, 5 ਸਾਲ ਹੋ ਗਏ, ਇੱਕ ਦੋਸ਼ੀ ਨਹੀਂ ਫੜਿਆ ਗਿਆ, ਇਨਸਾਫ ਨਹੀਂ ਮਿਲਿਆ। ਕੋਈ ਰੌਲਾ ਪਾਇਆ ਉਹਨਾਂ ਨੇ? ਤੇ ਹੁਣ ਜਦੋਂ ਵੀ 5 ਸਾਲ ਹੋ ਗਏ, ਪਹਿਲੇ ਮਹੀਨੇ ਤੋਂ ਲੈ ਕੇ ਅਖੀਰਲੇ ਮਹੀਨੇ ਤੱਕ ਇੱਕੋ ਹੀ ਹੈ ਕਿ ਅਸੀਂ ਅਕਾਲੀ ਦਲ ਨੂੰ ਬੇਨਕਾਬ ਕਰਾਂਗੇ, ਅਕਾਲੀ ਦਲ ਨੂੰ। ਐ ਨਹੀਂ ਕਹਿੰਦੇ ਕਿ ਦੋਸ਼ੀਆਂ ਨੂੰ ਫੜਾਂਗੇ, ਕੱਲਾ ਅਕਾਲੀ ਦਲ, ਅਕਾਲੀ ਦਲ, ਅਕਾਲੀ ਦਲ। ਕਮਿਸ਼ਨ ਇਹਨਾਂ ਨੇ ਬਿਠਾ ਤੇ ਜੱਜ ਥੱਲੋਂ, ਕੁਝ ਕੰਵਰ ਵਿਜੇ ਪ੍ਰਤਾਪ ਵਰਗੀਆਂ ਜਿਹੜਾ ਸਭ ਤੋਂ ਵੱਡਾ ਪੰਥ ਦੋਸ਼ੀ ਹੈ, ਉਹਨੂੰ ਉਹਦੀ ਸਿੱਟ ਬਣਾਤੀ, ਸਾਰਾ ਜ਼ੋਰ ਲਾਤਾ। ਪਰਮਾਤਮਾ ਦੇ ਘਰ ਜੋ ਗਲਤ ਕਰਦਾ ਉਹਨੂੰ ਭੁਗਤਣਾ ਹੀ ਪੈਂਦਾ ਹੈ। ਤੇ ਹੋਇਆ ਕਿ ਹਾਈ ਕੋਰਟ ਨੇ ਚੜਾ ਕੇ ਮਾਰਿਆ ਕੰਵਰ ਵਿਜੇ ਪ੍ਰਤਾਪ ਨੂੰ ਕਿ ਤੁਸੀਂ ਇਕੱਲੀ ਸਿਆਸਤ ਕੀਤੀ ਹੈ। ਰਣਜੀਤ ਸਿੰਘ ਕਮਿਸ਼ਨ ਵੀ ਕੁਛ ਨਹੀਂ, ਇੱਕ ਲਫ਼ਜ਼ ਨਹੀਂ ਲਿਖ ਸਕਿਆ, ਉਹਦੀ ਹਿੰਮਤ ਨਹੀਂ ਪਈ। ਅੱਜ ਤੱਕ ਕੱਲੀ ਸਿਆਸਤ। ਤੇ ਪ੍ਰਮਾਤਮਾ ਦੇ ਚਰਨਾਂ 'ਚ ਸਾਰੇ ਪੰਥ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਸੀ, ਮੈਂ ਵੀ ਕੀਤੀ, ਸਾਰੇ ਪੰਥ ਨੇ, ਕਿ ਜਿਹੜੇ ਲੋਕ ਬੇਅਦਬੀਆਂ ਦੇ ਮਾਮਲੇ 'ਚ ਸਿਆਸਤ ਕਰਨਗੇ ਉਹਨਾਂ ਦਾ ਕੱਖ ਨਾ ਰਹੇ। ਤੇ ਪ੍ਰਮਾਤਮਾ, ਮੈਂ ਇੰਨਾ ਦੱਸ ਦਿੰਦਾ, ਉਹਨਾਂ ਸਾਰਿਆਂ ਦਾ ਕੱਖ ਨਹੀਂ ਰਹਿਣਾ। ਹੁਣ ਕਾਂਗਰਸ ਪਾਰਟੀ ਗੱਲ ਕਰਦੀ ਹੈ ਬੇਅਦਬੀਆਂ ਦੀ, ਕਾਂਗਰਸ ਕਰਦੀ। ਹੁਣ ਤੁਸੀਂ ਆਹ ਦੇਖ ਲਓ, 13 ਸਤੰਬਰ ਨੂੰ ਆਨੰਦਪੁਰ ਸਾਹਿਬ ਬੇਅਦਬੀ ਹੁੰਦੀ ਹੈ। ਪਿਛਲੇ ਸਾਲ ਪੁਲਿਸ ਨੂੰ ਦੋਸ਼ੀ ਫੜਾਏ ਜਾਂਦੇ ਆ, ਦੋਸ਼ੀਆਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾਂਦੀ, ਸਿੱਧਾ ਜੇਲ੍ਹ ਭੇਜ ਦਿੱਤੇ ਜਾਂਦੇ ਆ। ਅੱਜ ਕਿੰਨੇ ਮਹੀਨੇ ਹੋ ਗਏ, ਕੋਈ ਨਹੀਂ ਦੱਸਿਆ ਇਹਨਾਂ ਨੇ ਕੀ ਹੋਇਆ। 15 ਦਸੰਬਰ ਨੂੰ ਦਰਬਾਰ ਸਾਹਿਬ ਦੇ ਅੰਦਰ ਗੁਟਕਾ ਸਾਹਿਬ ਨੂੰ ਸਰੋਵਰ 'ਚ ਫੜ ਕੇ ਸਿੱਟਿਆ ਜਾਂਦਾ ਹੈ। SGPC ਉਹ ਮੁਲਜ਼ਮ ਫੜਦੀ ਹੈ ਤੇ SGPC ਪੁਲਿਸ ਨੂੰ ਟੈਲੀਫੋਨ ਕਰਦੀ ਹੈ, ਕਮਿਸ਼ਨਰ ਨੂੰ। ਪ੍ਰਧਾਨ ਸਾਹਿਬ ਬੈਠੇ ਆ, ਮੈਨੂੰ ਦੱਸ ਰਹੇ ਸੀ, ਪੁਲਿਸ ਲੈਣ ਨਹੀਂ ਆਉਂਦੀ ਉਹ ਦੋਸ਼ੀ ਨੂੰ, ਟੈਲੀਫੋਨ ਕਰ ਕਰਕੇ ਥੱਕ ਗਿਆ, ਲੈਣ ਨਹੀਂ ਆਈ। ਫਿਰ SGPC ਦੇ ਮੁਲਾਜ਼ਮਾਂ ਨੇ ਫੜ ਕੇ ਉਹਨੂੰ ਆਪ ਥਾਣੇ ਛੱਡਣ ਗਏ, ਉਹਨੂੰ ਛੱਡਣ ਥਾਣੇ ਭੇਜਿਆ, ਉਹਨੂੰ ਛੱਡ ਕੇ ਆਏ। ਅਗਲੇ ਦਿਨ ਹੀ ਉਹਨੂੰ ਜੇਲ੍ਹ 'ਚ ਭੇਜਤਾ, ਪੁੱਛਿਆ ਹੀ ਨਹੀਂ। ਮਤਲਬ ਕੀ ਹੈ? ਉਹਦੇ ਬਾਅਦ ਦਰਬਾਰ ਸਾਹਿਬ ਦੇ ਅੰਦਰ ਇਹ ਜੀ ਹਰਕਤ ਹੁੰਦੀ ਹੈ, ਕੋਈ ਕੌਮ ਦਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਉਹਦੀ ਬੋਡੀ ਨੂੰ ਦਿੱਤਾ ਜਾਂਦਾ ਸਰਕਾਰ ਨੂੰ, ਸਰਕਾਰ ਦਾ ਮਤਲਬ ਹੈ ਇਨਵੈਸਟੀਗੇਸ਼ਨ ਕਰਨ, ਮਤਲਬ ਉਹਦਾ DNA ਟੈਸਟ ਕਰਨ, DNA ਲੈ ਕੇ ਮੈਚ ਕਰਨ, ਕਿੱਥੋਂ ਆਏ ਆ, ਕਿੱਥੋਂ ਆਏ। ਅੱਜ ਕੱਲ੍ਹ ਆਧਾਰ ਕਾਰਡ ਦੇ ਰਾਹੀਂ ਤੁਹਾਨੂੰ DNA ਰਾਹੀਂ ਤੁਸੀਂ ਹਰ ਬੰਦੇ ਦਾ ਪਤਾ ਕਰਾ ਸਕਦੇ ਹੋ, ਪਰ ਨਹੀਂ, ਉਹਨਾਂ ਨੇ ਕੀਤਾ 2 ਦਿਨਾਂ ਦੇ ਅੰਦਰ ਸੰਸਕਾਰ ਕਰਤਾ। ਤੇ ਬਿਆਨ ਕੀ ਆਇਆ ਕਮਿਸ਼ਨਰ ਦਾ?
ਬਿਆਨ ਕੀ ਹੈ ਕਮਿਸ਼ਨਰ ਦਾ ਕਿ ਅਸੀਂ ਇਸ਼ਤਿਹਾਰ 'ਚ ਕੱਢਿਆ ਸੀ। ਕਿਤੇ ਇਸ਼ਤਿਹਾਰ 'ਚ ਪੜਿਆ? ਜੇ ਇਸ਼ਤਿਹਾਰ 'ਚ ਕੱਢਿਆ ਸੀ ਤਾਂ ਘੱਟ ਤੋਂ ਘੱਟ 15 ਦਿਨ ਦਾ ਨੋਟਿਸ ਤਾਂ ਦਿਓ ਕਿ 15 ਦਿਨਾਂ ਦੇ ਅੰਦਰ ਅੰਦਰ ਸਾਨੂੰ ਦੱਸੋ ਉਹ ਕੌਣ ਹੈ। 4 ਦਿਨਾਂ ਦੇ ਅੰਦਰ ਕਹਿੰਦੇ ਇਸ਼ਤਿਹਾਰ ਵੀ ਕੱਢਤਾ ਤੇ ਉਹਦਾ ਸੰਸਕਾਰ ਵੀ ਕਰਤਾ ਕਿ ਸਾਰਾ ਸਬੂਤ ਬੰਦ। ਤੇ ਕਹਿੰਦੇ ਤੇ ਹੋਮ ਮਿਨਿਸਟਰ ਤੇ ਚੰਨੀਆਂ ਕਿੱਥੇ ਬਿਆਨ ਦਿੰਦੇ ਆ ਕਿ 48 ਘੰਟਿਆਂ 'ਚ ਅਸੀਂ ਦੋਸ਼ੀ ਲੱਭ ਦਵਾਂਗੇ। ਉਹਦੇ ਬਾਅਦ ਬੋਲੇ ਹੀ ਨਹੀਂ। ਤੇ ਕਮੇਟੀ ਬਣਾਈ, SIT ਬਣਾਈ DSP ਦੇ ਥੱਲੇ। DSP ਦੇ ਥੱਲੇ ਆਹ ਦੇਖੋ ਇਹਨਾਂ ਦੀ ਸੋਚ ਕੀ ਹੈ, ਆ ਕਾਂਗਰਸ ਦੀ ਸੋਚ ਕੀ ਹੈ। DSP ਦੇ ਥੱਲੇ ਕਮੇਟੀ ਬਣਾਈ ਲੱਭਣ ਨੂੰ। ਇਹ ਤਾਂ ਮਾੜੀ, ਇਹ ਤਾਂ 24 ਘੰਟੇ ਇੱਕੋ ਇੱਕ ਇਹਨਾਂ ਦੀ ਏਮ ਹੈ ਕਿ ਕੌਮ ਨੂੰ ਕਮਜ਼ੋਰ ਕੀਤਾ ਜਾਏ। ਖਾਲਸਾ ਜੀ, ਅੱਜ ਆਪਾਂ ਸਾਰੇ ਇਕੱਠੇ ਹੋਏ ਆ, ਫੈਸਲਾ ਤੁਹਾਡੇ ਹੱਥ 'ਚ ਹੈ। ਦੇਖੋ ਇਹ ਜੀਆਂ ਘਟਨਾ ਹੋਈਆਂ ਆਪਾਂ ਬੜਾ ਲਾਈਟਲੀ ਲੈ ਰਹੇ, ਅੱਖਾਂ ਮੀਚ ਕੇ ਬੈਠੇ ਆ। ਜਿਵੇਂ ਕਹਿੰਦਾ ਕਬੂਤਰ ਬੈਠਾ ਤੇ ਅੱਖਾਂ ਮੀਚ ਕੇ ਤੇ ਬਿੱਲੀ ਆ ਜਾਂਦੀ ਹੈ, ਦੇਖਦਾ ਨਹੀਂ, ਹੁਣ ਖਾ ਜਾਂਦੀ ਹੈ। ਹੁਣ ਜਿਹੜਾ ਕੀ ਹੋ ਕੀ ਰਿਹਾ ਤੁਹਾਡੇ ਤੇ ਵਾਰ ਹੋ ਰਹੇ ਆ, ਤੁਹਾਡੇ ਤੇ ਹਮਲੇ ਹੋ ਰਹੇ ਆ, ਤੁਸੀਂ ਅੱਖਾਂ ਮੀਚ ਕੇ ਬੈਠੇ ਹੋ। ਮੈਂ ਤੁਹਾਨੂੰ ਇੱਕੋ ਇੱਕ ਐਗਜ਼ਾਮਪਲ ਦੇਣਾ ਚਾਹਣਾ ਹੈ। ਦੇਖੋ BJP ਦੀ ਲੀਡਰਸ਼ਿਪ ਨੇ ਬਾਬਰੀ ਮਸਜਿਦ ਤੇ ਹਮਲਾ ਕਰਕੇ ਢਾਇਆ ਕਿ ਨਹੀਂ? ਹਿੰਦੁਸਤਾਨ 'ਚ ਜਿੰਨੇ ਇਲੈਕਸ਼ਨ ਹੋਏ ਹੈ, ਇੱਕ ਮੁਸਲਮਾਨ ਨੇ ਭਾਈ ਨੇ BJP ਨੂੰ ਨਹੀਂ ਵੋਟ ਪਾਈ ਤੇ ਨਾ ਕੋਈ ਉਹਦੇ ਸ਼ਾਮਲ ਹੋਇਆ। ਦੇਖੋ ਕਿੰਨੇ ਸਾਲ ਹੋ ਗਏ, ਇੱਕ ਨੇ। ਆਪਣੇ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੈ। ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਘੱਟ ਤੋਂ ਘੱਟ 1000 ਗੁਰੂ ਘਰਾਂ ਨੂੰ ਅਗਨੀ ਭੇਂਟ ਕੀਤਾ ਪੂਰੇ ਦੇਸ਼ ਵਿੱਚ। ਹਜ਼ਾਰਾਂ ਲੱਖਾਂ ਭੈਣ ਭਰਾਵਾਂ ਨੂੰ ਘਰੋਂ ਕੱਢਿਆ, ਪਰਿਵਾਰ ਉਜੜ ਗਏ। ਤੇ ਆਪਾਂ ਫਿਰ ਵੀ ਵੋਟ ਪਾਉਣੇ ਆ ਉਸ ਪਾਰਟੀ ਨੂੰ। ਫਿਰ ਮੈਂ ਕੀ ਕਹਿ ਸਕਦਾ? ਆਪਣੇ ਮਨ 'ਚ ਸੋਚੋ ਕਿ ਬਾਰ-ਬਾਰ ਤੁਸੀਂ ਕਾਂਗਰਸ ਨੂੰ ਵੋਟ ਪਾਈ ਜਾਂਦੇ ਹੋ ਜਿਹਨੇ ਸਾਰਾ ਕੁਝ ਕੀਤਾ ਹੈ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਇਨਸਾਫ ਮਿਲੇ। ਕੌਣ ਦਊਗਾ ਤੁਹਾਨੂੰ ਇਨਸਾਫ? ਉਹਨੂੰ ਪਤਾ ਤੇ ਆ ਤੱਕ ਹੁਣ ਤੁਹਾਡੇ ਸਾਹਮਣੇ ਹੈ। ਮੈਂ ਹੈਰਾਨ ਹੈ, BJP ਦੀ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ, 800 ਸ਼ਹੀਦ ਹੋ ਗਏ, ਪੂਰਾ ਪੰਜਾਬ ਉੱਥੇ ਉਹਦੇ ਆਇਆ ਤੇ ਕਾਲੇ ਕਾਨੂੰਨ ਵਾਪਸ ਹੋ ਗਏ। ਤੇ ਹੁਣ ਧੜਾ ਧੜ ਆਪਣੇ ਕੌਮ ਦੇ ਬੰਦੇ BJP ਜਿੰਦਾਬਾਦ ਕਰਕੇ ਸ਼ਾਮਲ ਹੋ ਰਹੇ ਹੈ। ਉਹਨਾਂ ਦਾ ਕੀ ਕਰਨਾ ਚਾਹੀਦਾ? ਕੀ ਆਪਣੇ ਕੌਮ ਫਿਰ ਲੋਕੀ ਕੀ ਕਹਿਣਗੇ? ਹੁਣ ਜਿਹੜੇ ਲੋਕ ਦੇਖੋ, ਮੈਂ ਕਿਸਾਨ ਜਥੇਬੰਦੀਆਂ ਨੂੰ ਬਲਬੀਰ ਰਾਜੇਵਾਲ ਨੂੰ ਵੀ ਪੁੱਛਣਾ ਚਾਹਣਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਤੋਂ ਪਾਸੇ ਹੋ ਗਏ, ਨਾਤਾ ਤੋੜਦਾ, 40 ਸਾਲ ਮਿਨਿਸਟਰੀ ਹੋਏ, ਪਰ ਸਾਡਾ ਤਾਂ ਘੇਰਾ ਪਾਉਂਦੇ ਰਹੇ। ਪਰ ਹੁਣ BJP ਦੇ ਜੁੜੀ ਜਾਂਦੇ ਆ। ਕਿਤੇ ਬਿਆਨ ਆਇਆ ਇੱਕ? ਜਦੋਂ ਦਰਬਾਰ ਸਾਹਿਬ ਤੇ ਹਮਲਾ ਟੈਂਕਾਂ ਤੋਪਾਂ ਨਾਲ ਕੀਤਾ, ਉਦੋਂ ਦੇਸ਼ ਵਿੱਚ ਇੱਕ ਸਿੱਖ ਰਾਸ਼ਟਰਪਤੀ ਸੀ, ਗਿਆਨੀ ਜ਼ੈਲ ਸਿੰਘ। ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਨੇ ਅਸਤੀਫਾ ਨਹੀਂ ਦਿੱਤਾ। ਹੋਮ ਮਿਨਿਸਟਰ ਬੂਟਾ ਸਿੰਘ ਸੀ, ਸਰ ਬੂਟਾ ਸਿੰਘ, ਉਹ ਵੀ ਸਿੱਖ, ਉਹਨੇ ਕੋਈ ਅਸਤੀਫਾ ਨਹੀਂ ਦਿੱਤਾ। ਉਹਨਾਂ ਬਾਰੇ ਆਪਾਂ ਕੀ ਕਰਦੇ ਆ? ਕੁਛ ਨਹੀਂ। ਤੇ ਫਿਰ ਆਪਾਂ ਕਹਿੰਦੇ ਆ ਕੌਮ ਦੀ ਚੜ੍ਹਦੀ ਕਲਾ ਹੋਏ। ਜੇ ਕੌਮ ਦੀ ਚੜ੍ਹਦੀ ਕਲਾ ਕਰਾਉਣ ਵਾਲੀ ਤਾਂ ਕੌਮ ਹੈ। ਹੁਣ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ। ਹੁਣ ਅੱਜ ਹੋ ਕੀ ਰਿਹਾ? ਸਾਰੀਆਂ ਹੀ ਤਾਕਤਾਂ ਹੁਣ ਆਮ ਆਦਮੀ ਪਾਰਟੀ ਹੈ। ਗੁਰਦੁਆਰਾ ਸੀਸਗੰਜ ਸਾਹਿਬ ਪਿਆਊ ਸਾਹਿਬ ਦਾ ਹਟਾਤਾ ਇਹਨਾਂ ਨੇ। ਕੋਈ ਬੋਲਿਆ? ਇੱਥੇ ਆ ਕੇ ਕਹਿੰਦੇ ਆਪਣੇ ਸਾਨੂੰ ਵੋਟ ਦਿਓ, ਆਪਾਂ ਧੜਾ ਧੜ ਵੋਟ ਦੇਵਾਂਗੇ। 3 ਤਾਕਤਾਂ ਲੱਗੀਆਂ, 3 ਤਾਕਤਾਂ ਸੈਂਟਰ ਦੀਆਂ। ਸੈਂਟਰ ਸਰਕਾਰ BJP, ਕਾਂਗਰਸ ਦੀ ਜਿਹਨੇ ਟੈਂਕਾਂ ਤੋਂ ਦਰਬਾਰ ਸਾਹਿਬ ਟੋੜਿਆ, ਆਮ ਆਦਮੀ ਪਾਰਟੀ
जिन्हें गुरुद्वारा सीस साहब प्यो साहब ढाया है, थोड़ी कली पंथ की जथेबंदी श्रोमणी अकाली दल नूं कमजोर करन ते हुण हत्थ थोड़े है। जे कमजोर करना है पंजाब की आवाज़, कौम की आवाज़ नूं कमजोर करना है, थोड़े हाथ च फिर बाद च ना कहो, क्योंकि दोषी कौम होनी है जे तुसी गलत फैसला लेता, क्योंकि थोड़े कोले ताकत है, वोट की ताकत। जे आप कट्ठे ही नहीं होना, कट्ठे ही नहीं होना, जे कट्ठे ही नहीं होना तो फिर आप की दूजियां नूं की आप कह सकते हैं, दूजियां नूं किवें लालत गला सकते हैं। हुण श्रोमणी अकाली दल की सरकार पंजाब च आउंदी है, तुसीं देखो जिन्ने अपने विरसा सिख कौम का विरसा संभालिया किने, श्रोमणी अकाली दल सरकार ने। किते कांग्रेस ने एक चीज़ बनाई है अपनी विरसे की, विरासत खालसा तो लैके वड्डे घल्लूघरां दी यादगार, छोटे घल्लूघर दी यादगार, तुसीं देख लो किन्ना कुछ। दूजी वड्डी गल होर दसना चाहना है, जिथे जिथे गुरु साहब के चरण छो पे है, जेड़े जेड़े शहर पे है, बादल साहब ने उस शहरां नूं खूबसूरत बनाता, करोड़ां रुपये ला के। श्री आनंदपुर साहब अपने तख्त साहब जो कांग्रेस का राह सी उदों हाल की सी, टोए सी, उत्थे तुसीं तुर नहीं सकते सी। सारे शहर नूं करोड़ां रुपये ला के पंथ की सरकार ने खूबसूरत बनाया, करोड़ां रुपये लाए, घर घर नूं वाइट वॉश करके रखा। ते कांग्रेस आउंदी है कुछ नहीं करती। तलवंडी तक श्री तलवंडी साहब जागो, सड़क ते तुसीं पैर नहीं पा सकते सी, इन्नी टुट्टी हुंदी सी। ते बादल साहब ने आके ते असीं एडी छोटी छोटी है तलवंडी साहब नूं श्री तलवंडी, जिन्हें तख्त साहब के नाल जिथे गुरु साहब गए नाम भी श्री जोड़िया। देखो सोच कांग्रेसी करते हैं, जां कोई आम आदमी पार्टी ने करना है, केजरीवाल करूगा। हुण पंजाब च आके हुण पंजाब च आके हुण जे अपने घर च कोई होर किसी नूं तुसीं बागडोर दवानी है, फिर थोड़े हाथ च है। जे तुसीं होर किसी नूं देनी है, जो सेवा, जो दिलों सेवा कौम दी, पंथ दी, श्रोमणी अकाली दल, क्योंकि है ही पंथ दी जथेबंदी, जिहड़ी सोच है सब तो वड्डी सोच सिख पंथ दी सैकुलरिज्म है, सैकुलरिज्म है। सारे गुरु साहब ने आपां नूं सिखाया है कि सारे धर्मां दा सत्कार करना है, सैकुलरिज्म है, सरबत दे भले दी सोच है। सरदार प्रकाश सिंह बादल मुख्यमंत्री बने, सारे धर्मां दे पवित्र स्थान उन्होंने आप बनाए, खजाने तो बनाए, घट तो घट 1000 करोड़ लाया होना सारे धर्म स्थान बनाउण, खूबसूरत बनाउण नूं। एक इट नहीं लाई ना कांग्रेस ने ना किसी ने, क्योंकि सोच साडी सैकुलर है, अमन शांति दी, भाईचारक सांझ दी सोच है। पर जे आपां, मैं आप ही हुण सारी संगत नूं कहना चाहना, जिवें एजीपीसी प्रधान साहब ने भी गल कीती, जे तुसीं नहीं इकट्ठे होवोगे, जे तुसीं एक झंडे थल्ले नहीं इकट्ठे होवोगे, जे तुसीं नहीं पछाणोगे कि अपने कौन है तो पराए कौन है, फिर नुकसान कौम का भी होगा ते अपने सारिਆਂ ਦਾ होगा। हुण अज आपां बेअदबियां क्यों हो रही हैं? क्योंकि उन्होंने पता है कि कौम तो खेरू खेरू है। आ जेड़े जेड़े उदों मंड साहब से जेड़े बनाए गए सी जथेदार अकाल तख्त, अपने जथेदार बनाए गए मंड साहब, इत्थे बेअदबी हुई, कोई बोले हो? दादूवाल साहब की मैं कल फोटो देखी, बीजेपी नाल हुण समझौता करके उत्थे इलैक्शन लड़ रहे हैं, और नाल सी ढींडसा साहब के नाल कल, तो उत्थे कांजला भी गया। हुण जेड़े वो लोग जेड़े उदों कहंदे सी बड़े असी सिक्खी की लड़ाई लड़ रहे हैं, मंड साहब ते दादूवाल, हुण किधर है? किते बोले इन्नी, उन्हों का निशाना ही उदों ही सी कि उदों अकाली दल की पंथ की सरकार सी कि उदों बदनाम करना, क्योंकि उन्होंने निशाना ही अपने खिलाफ सी। हुण इन्ने साल 5 साल जे कांग्रेस ने कुछ नहीं किया, उन्होंने कुछ नहीं बोले, ना बोलना उन्होंने, ना हुण बेअदबी हुई, ना उन्होंने आवाज नहीं उठाई, ते अपने आप नूं वड्डे दिखाउंदे आ कि असीं पंथ दे हैं। इस करके अज सारी पंथक शख्सियतां महापुरख सारे इत्थे बैठे हैं,
ਸਿੰਘ ਸਾਹਿਬ ਜਸਦਰ ਅਕਾਲ ਤਖਤ ਸਾਹਿਬ ਦੀ ਬੈਠੇ ਹੈ, ਉਹਨਾਂ ਦੀ ਗਵਾਹੀ ਹਟੇ ਕੌਮ ਇਕੱਠੀ ਹੈ, ਸਾਰੀ ਸਾਡੀ ਸੁਪਰੀਮ ਅਥਾਰਟੀ ਹੈ। ਤੇ ਜੇ ਅੱਜ ਨਹੀਂ ਜਾਗਾਂਗੇ ਫਿਰ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਆਪਣੀ ਕੌਮ ਨੂੰ ਹਿੰਮਤ ਦੇਣ। ਅਸੀਂ ਤਾਂ ਲੜਨਾ ਹੀ ਲੜਨਾ ਹੈ, ਭਾਵੇਂ ਸਿਰ ਵੱਢਿਆ ਜਾਏ, ਅਸੀਂ ਤਾਂ ਇਹਨਾਂ ਨਾਲ ਲੜਾਈਆਂ ਲੜਾਂਗੇ। ਕਿਸੇ ਹਾਲਤ ਸ਼੍ਰੋਮਣੀ ਅਕਾਲੀ ਦਲ ਨਹੀਂ ਪਿੱਛੇ ਹਟੇਗੀ। ਅਸੀਂ ਤਾਂ ਦੋਸ਼ੀਆਂ ਨੂੰ, ਜਿਹੜੇ ਪੰਥ ਦੇ ਦੁਸ਼ਮਣਾਂ ਨੂੰ ਦੇ ਖਿਲਾਫ ਲੜਾਈ ਅਸੀਂ ਤਾਂ ਲੜਦੇ ਰਵਾਂਗੇ, ਅਖੀਰਲੇ ਦਮ ਤੱਕ ਲੜਦੇ ਰਵਾਂਗੇ। ਇੰਨਾ ਹੀ ਕਹਿ ਕੇ ਮੈਂ ਅਖੀਰ 'ਚ ਆਈ ਕਹਿਣਾ ਚਾਹਣਾ ਹੈ, ਇਕੱਠੇ ਹੋ ਜਾਓ। ਅੱਜ ਲੋੜ ਹੈ ਤੁਹਾਡੀ ਆਪਣੀ ਸ਼ਕਤੀ ਦਿਖਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।